अस्सलाम वालेकुम। सरदार अख्तर मैंगल ਅਸਤੀਫਾ ਦੇ ਦਿੱਤਾ ਔਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਇੱਕ ਅਜੀਬੋ ਗਰੀਬ ਹਲਚਲ ਜੀ ਮਚ ਗਈ। ਯਾਨੀ ਇੱਕ ਬੰਦਾ ਜਿੰਦਾ ਕੌਮੀ ਅਸੈਂਬਲੀ ਦੇ ਵਿੱਚ ਇੱਕੋ ਹੀ ਨਸ਼ਿਸਤ ਸੀ, ਬਲੋਚਿਸਤਾਨ ਨੈਸ਼ਨਲ ਪਾਰਟੀ ਦੇ ਉਹ ਸਰਬਰਾਹ ਨੇ, ਅਤੇ ਉਹਨਾਂ ਕੋਲ ਸਿਰਫ ਆਪਣੀ ਨਸ਼ਿਸਤ ਸੀ। ਅਤੇ ਉਹਨਾਂ ਦੇ ਅਸਤੀਫੇ ਤੋਂ ਬਾਅਦ ਹਲਚਲ ਦਾ ਮਚਣਾ ਕੋਈ ਸਮਝ ਨਹੀਂ ਆਉਂਦਾ, ਕਿਉਂਕਿ ਇਹ ਉਹੀ ਅਸੈਂਬਲੀ ਹੈ ਜਿੱਥੇ ਮੁਖਤਲਿਫ ਜਮਾਤਾਂ ਦੇ ਲੋਕ ਕਈ ਗਰੁੱਪਾਂ ਦੀ ਸ਼ਕਲ ਦੇ ਵਿੱਚ ਅਸਤੀਫੇ ਦੇ ਦਿੰਦੇ ਨੇ ਔਰ ਇਸ ਤਰ੍ਹਾਂ ਕਿਸੇ ਨੂੰ ਉਹਦਾ ਅਫਸੋਸ ਨਹੀਂ ਹੁੰਦਾ, ਤਸ਼ਵੀਸ਼ ਨਹੀਂ ਹੁੰਦੀ। ਅਤੇ ਸਰਦਾਰ ਅਖਤਰ ਮੈਂਗਲ ਦੇ ਅਸਤੀਫੇ ਤੋਂ ਬਾਅਦ ਇਹ ਸੂਰਤ ਹਾਲ ਕਿਉਂ ਹੋਈ, ਇਹ ਅਹਿਮ ਹੈਗੀ ਗੱਲ। ਲੇਕਿਨ ਥੋੜ੍ਹੇ ਜਿਹੇ ਪਹਿਲੇ ਗੱਲ ਕਰ ਲੈਂਦੇ ਕਿ ਸਰਦਾਰ ਅਖਤਰ ਮੈਂਗਲ ਜਿਹੜੇ ਨੇ ਇਹਨਾਂ ਦੇ ਵਾਲਦ ਵੀ ਵਜ਼ੀਰ ਆਲਾ ਰਹੇ ਬਲੋਚਿਸਤਾਨ ਦੇ, ਔਰ ਬਲੋਚਿਸਤਾਨ ਦੀ ਇੱਕ ਨਾਮਵਰ ਸਿਆਸੀ ਫੈਮਿਲੀ ਹੈ। ਸਰਦਾਰ ਅਖਤਰ ਮੈਂਗਲ ਖੁਦ 1997 ਦੇ ਵਿੱਚ ਵਜ਼ੀਰ ਆਲਾ ਬਣੇ ਬਲੋਚਿਸਤਾਨ ਦੇ, ਲੇਕਿਨ ਉਦੋਂ ਨਵਾਜ਼ ਸ਼ਰੀਫ ਦੀ ਗਵਰਨਮੈਂਟ ਸੀ ਵਫਾਕ ਦੇ ਵਿੱਚ, ਔਰ ਉਹਨਾਂ ਨੇ 16 ਮਹੀਨੇ ਬਾਅਦ ਹੀ ਇਹਨਾਂ ਨੂੰ ਉੱਥੋਂ ਵਜ਼ਾਰਤ ਆਲਾ ਤੋਂ ਹਟਵਾ ਦਿੱਤਾ। ਜ਼ਾਹਿਰ ਹੈ ਬਲੋਚਿਸਤਾਨ ਦੀ ਜਿਹੜੀ ਸਿਆਸਤ ਹੈ ਉਹਦਾ ਟਰੈਂਡ ਹੈਗਾ ਵੇ ਕਿ ਉਹ ਵਫਾਕ ਦੇ ਕੰਟਰੋਲ 'ਚ ਕਿਸੇ ਹੱਦ ਤੱਕ ਰਹਿੰਦੀ, ਅਤੇ ਮਰਕਜ਼ ਦੇ ਵਿੱਚ ਜਿਹੜਾ ਵਜ਼ੀਰ ਆਜ਼ਮ ਹੁੰਦਾ ਵੇ ਬਲੋਚਿਸਤਾਨ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਉਹਦੇ ਨਾਲ ਚੱਲਣਾ ਪੈਂਦਾ। ਬਲੋਚਿਸਤਾਨ ਦੇ ਮਖਸੂਸ ਹਾਲਾਤ ਦੀ ਬਿਨਾਂ 'ਤੇ ਇਹ ਇੱਕ ਸੂਰਤ ਹਾਲ ਹੁੰਦੀ, ਔਰ ਲੋਕ ਤੋਕੋ ਵੀ ਕਰਦੇ ਨੇ ਕਈ ਚੀਜ਼ਾਂ। ਅਤੇ ਸਰਦਾਰ ਅਖਤਰ ਮੈਂਗਲ ਜਿਹੜੇ ਨੇ ਉਹਨਾਂ ਨੇ ਰਿਜ਼ਾਈਨ ਦਿੱਤੇ ਵਕਤ 2-4 ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਬੜੀਆਂ ਅਹਿਮ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਬਲੋਚਿਸਤਾਨ ਦੇ ਉੱਤੇ ਕੌਮੀ ਅਸੈਂਬਲੀ ਦੇ ਵਿੱਚ ਗੱਲ ਨਹੀਂ ਕੀਤੀ ਜਾਂਦੀ, ਅਤੇ ਜੇ ਕੋਈ ਗੱਲ ਕਰੇ ਤਾਂ ਉਹਨੂੰ ਕਰਨ ਨਹੀਂ ਦਿੱਤੀ ਜਾਂਦੀ, ਇਹ ਉਹਨਾਂ ਨੇ ਕਿਹਾ। ਫਿਰ ਉਹਨਾਂ ਕਿਹਾ ਕਿ ਮੈਂ ਅਗਰ ਆਪਣੇ ਇਲਾਕੇ ਦੀ ਗੱਲ ਨਹੀਂ ਕਰ ਸਕਦਾ ਅਸੈਂਬਲੀ ਦੇ ਵਿੱਚ, ਤਾਂ ਫਿਰ ਮੈਨੂੰ ਇੱਥੇ ਰਹਿਣ ਦਾ ਕੀ ਫਾਇਦਾ। ਇਸ ਵਾਸਤੇ ਉਹਨਾਂ ਨੇ ਰਿਜ਼ਾਈਨ ਕਰਤਾ। ਅੱਛਾ, ਉਹਨਾਂ ਦਾ ਰਿਜ਼ਾਈਨ ਜਿਹੜਾ ਹੈ ਉਸ ਤੋਂ ਬਾਅਦ ਐਲਾਨ ਹੋਇਆ, ਉਹਨਾਂ ਨੇ ਸੈਕਟਰੀ ਕੌਮੀ ਅਸੈਂਬਲੀ ਨੂੰ ਆਪਣਾ ਅਸਤੀਫਾ ਪੇਸ਼ ਕੀਤਾ, ਲੇਕਿਨ ਫਿਰ ਹਕੂਮਤੀ ਨੁਮਾਇੰਦੇ, PTI ਦੇ ਨੁਮਾਇੰਦੇ ਔਰ ਮੌਲਾਨਾ ਫਜ਼ਲ ਰਹਿਮਾਨ ਖੁਦ, ਇਹਨਾਂ ਸਾਰਿਆਂ ਨੇ ਉਹਨਾਂ ਨਾਲ ਰਾਬਤਾ ਕੀਤਾ ਔਰ ਉਹਨਾਂ ਨੇ ਉਹਨੂੰ ਦਰਖਾਸਤ ਕੀਤੀ ਕਿ ਜਨਾਬ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ। ਇਹਦੇ ਵਿੱਚ ਜਿਹੜੇ ਮੁਖਤਲਿਫ ਫੈਕਟਰਸ ਨੇ, ਮਤਲਬ ਐਸੇ ਲੋਕ ਵੀ ਨੇ ਜਿਹੜੇ ਉਹਨਾਂ ਨੂੰ ਇੱਕ ਅਸਤੀਫਾ ਵਾਪਸ ਲੈਣ ਦਾ ਕਹਿ ਰਹੇ ਨੇ, ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਐਸਟੈਬਲਿਸ਼ਮੈਂਟ ਦੇ ਮਾਊਥਹਾਰ ਕਰਨੇ। ਐਸੇ ਲੋਕ ਵੀ ਨੇ ਜਿਹੜੇ ਅਪੋਜੀਸ਼ਨ ਨੇ ਔਰ ਐਂਟੀ ਐਸਟੈਬਲਿਸ਼ਮੈਂਟ ਉਹ ਇੱਕ ਸਟਾਂਸ ਲੈਂਦੇ ਨੇ। ਸੋ ਉਹਨਾਂ ਨੂੰ ਦੋਵਾਂ ਨੂੰ ਆਪਣਾ ਆਪਣਾ ਇੱਕ ਮਕਸਦ ਹੈਗਾ ਵੇ ਕਿ ਸਰਦਾਰ ਅਖਤਰ ਮੈਂਗਲ ਅਸਤੀਫਾ ਵਾਪਸ ਲੈਂਦਾ ਵੇ। ਕੋਈ ਦਾ ਖਿਆਲ ਹੈ ਕਿ ਇਸ ਬਹਿਸ ਨੂੰ ਥੋੜ੍ਹਾ ਜਿਹਾ ਲਮਕਾਉਣਾ ਚਾਹੀਦਾ ਹੈ ਤਾਂ ਕਿ ਇਹ ਉਹਨਾਂ ਦੇ ਅਸਤੀਫੇ ਤੋਂ ਇੱਕ ਤਾਸੁਰ ਜਾ ਰਿਹਾ ਵੇ ਕਿ ਪਾਕਿਸਤਾਨ ਦੇ ਵਿੱਚ ਮਖਸੂਸ ਹਾਲਾਤ ਨੇ ਔਰ ਜਿਹੜੇ ਜਮਹੂਰੀਅਤ ਔਰ ਪਾਰਲੀਮੈਂਟ ਹੈਗੀ ਇਹਨੂੰ ਉਸ ਤਰ੍ਹਾਂ ਕੰਮ ਨਹੀਂ ਕਰਨ ਦਾ ਮੌਕਾ ਦਿੱਤਾ ਜਾ ਰਿਹਾ, ਅਤੇ ਅਸਤੀਫੇ ਤੋਂ ਬਾਅਦ ਇਹ ਡਿਬੇਟ ਮਜ਼ੀਦ ਖਿਲਰੇਗੀ, ਅਤੇ ਇਸ ਵਾਸਤੇ ਜਿੰਨਾ ਕੁ ਹੋ ਸਕੇ ਇਹਦੇ ਉੱਤੇ ਗੱਲ ਜ਼ਿਆਦਾ ਕੀਤੀ ਜਾਵੇ। ਇਹ ਕੁਝ ਹਲਕਿਆਂ ਦਾ ਖਿਆਲ ਹੈ, ਇਸ ਵਾਸਤੇ ਉਹ ਇਹਨੂੰ ਹੋਰ ਜ਼ਰਾ ਥੋੜ੍ਹਾ ਜਿਹਾ ਪ੍ਰੋਜੈਕਟ ਕਰ ਰਹੇ ਨੇ ਇਸ ਡਿਬੇਟ ਨੂੰ। ਮੈਂ ਇਹ ਸਮਝਦਾ ਵਾਂ ਕਿ ਪਾਕਿਸਤਾਨ ਦੇ ਵਿੱਚ ਬਲੋਚਿਸਤਾਨ ਦਾ ਜਿਹੜਾ ਮਸਲਾ ਵੇ ਉਹ ਮੁੱਦਤ ਹੋਏਗਾ। ਜਮਹੂਰੀਅਤ ਦਾ ਸਿਸਟਮ ਦੀ ਕਾਮਯਾਬੀ ਜਾਂ ਇਹਦੀ ਜਗ੍ਹਾ 'ਤੇ ਆਮਰੀਅਤ ਨੂੰ ਕਾਮਯਾਬ ਅਗਰ ਕਹਿਣ ਵਾਲੇ ਲੋਕ ਨੇ, ਤਾਂ ਮੈਂ ਇੱਕੋ ਪੈਮਾਨਾ ਸਮਝਦਾ ਵਾਂ ਕਿ ਜਿੰਨੀਆਂ ਵੀ ਹਕੂਮਤਾਂ ਆਈਆਂ ਔਰ ਜਿੰਨੇ ਵੀ ਨਿਜ਼ਾਮ ਆਏ ਔਰ ਉਸ ਨਿਜ਼ਾਮ ਦੇ ਦਾਅਵੇਦਾਰ ਔਰ ਸਰਪ੍ਰਸਤ ਆਏ, ਉਹਨਾਂ ਅੱਗੇ ਸਿਰਫ ਇੱਕ ਸਵਾਲ ਹੈ ਕਿ ਪਾਕਿਸਤਾਨ ਦੇ ਬੈਰੂਨੀ ਤਨਾਜ਼ਾਤ ਆਪਣੀ ਜਗ੍ਹਾ 'ਤੇ ਉਹ ਮਖਸੂਸ ਜ਼ਾਹਿਰ ਬੈਨ ਅਲ-ਅਕਵਾਮੀ ਹਾਲਾਤ ਹੈਗੇ ਸਨ ਔਰ ਉਹਦੇ ਵਿੱਚ ਪਾਕਿਸਤਾਨ ਦੀ ਆਪਣੀ ਕਮਜ਼ੋਰੀਆਂ ਜਿਹੜੀਆਂ ਉਹਦੇ ਤਹਿਤ ਉਹ ਉਸ ਤਰ੍ਹਾਂ ਨਹੀਂ ਰਿਜ਼ਲਟ ਮਿਲ ਸਕੇ ਸਾਨੂੰ। ਲੇਕਿਨ ਪਾਕਿਸਤਾਨ ਦੇ ਅੰਦਰ ਦੇ ਜਿਹੜੇ ਤਨਾਜ਼ਾਤ ਹੈਗੇ ਜਿਹੜੇ ਸ਼ੁਰੂ ਦੇ ਵਿੱਚ ਬਹੁਤ ਹੀ ਮਾਮੂਲੀ ਸਤਹ 'ਤੇ ਸਨ, ਉਹ ਤਨਾਜ਼ਾਤ ਵਕਤ ਦੇ ਨਾਲ ਨਾਲ ਸ਼ਦੀਦ ਕਿਉਂ ਹੋਏ ਔਰ ਇਹ ਹਕੂਮਤਾਂ, ਇਹ ਨਿਜ਼ਾਮਾਂ ਦੇ ਸਰਪ੍ਰਸਤ ਜਿਹੜੇ ਨੇ ਇਹ ਇਸ ਮਸਲੇ ਨੂੰ ਹੱਲ ਕਿਉਂ ਨਹੀਂ ਕਰ ਸਕੇ ਕਿ ਬਲੋਚਿਸਤਾਨ ਦੇ ਵਿੱਚ ਜੋ ਸੂਰਤ ਹਾਲ ਸੀ। ਬਲੋਚਿਸਤਾਨ ਦੇ ਲੋਕਾਂ ਨੂੰ ਅਗਰ ਮੇਰਾ ਖਿਆਲ ਹੈ ਕਿ 70 ਦੀ ਦਹਾਈ 'ਚ ਉੱਥੇ ਆਪਰੇਸ਼ਨ ਦੀ ਬਜਾਏ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ, ਉਹਨਾਂ ਦਾ ਮਿਆਰ ਜ਼ਿੰਦਗੀ ਬੁਲੰਦ ਕੀਤਾ ਜਾਂਦਾ, ਉਹਨਾਂ ਦੀ ਮਹਿਰੂਮੀਆਂ ਦੂਰ ਕੀਤੀਆਂ ਜਾਂਦੀਆਂ, ਅਤੇ ਚਲੋ ਸਾਰੇ ਨਾ ਸਹੀ, ਕਿਉਂਕਿ ਹਮੇਸ਼ਾ ਇੱਕ ਜਦੋਂ ਮੂਵ ਚੱਲਦੀ ਔਰ ਸਿਆਸੀ ਕਿਤੇ ਗਰਜ਼ ਹੋਵੇ ਜਾਂ ਪਿੱਛੇ ਇੰਟਰਨੈਸ਼ਨਲ ਹਕੂਮਤਾਂ ਵੀ ਹੋਣ ਅਤੇ ਉਹਨੂੰ ਸੈਟਲ ਕਰਦੇ ਟਾਈਮ ਲੱਗਦਾ। ਲੇਕਿਨ ਕਿਸੇ ਨਾ ਹੱਦ ਤੱਕ ਰਿਆਸਤ ਦਾ ਇਹ ਨਜ਼ਰ ਆਉਣਾ ਸੀ ਕਿ ਇਹਨੇ ਆਪਣਾ ਕਿਰਦਾਰ ਅਦਾ ਕੀਤਾ ਹੈ ਔਰ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ।
ਲੇਕਿਨ ਹੁਣ ਅਸੀਂ ਇਹ ਵੇਖਦੇ ਹਾਂ ਕਿ ਜਿਹੜੀਆਂ ਹੁਕੂਮਤਾਂ ਨੇ, ਜ਼ਾਹਿਰ ਹੈ ਰਿਆਸਤ ਦੇ ਇਖਤਿਆਰ ਤਾਂ ਹੁਕੂਮਤਾਂ ਇਸਤੇਮਾਲ ਕਰਦੀਆਂ ਨੇ, ਤੇ ਉਹ ਚੰਗਾ ਕਰਨਗੇ ਤੇ ਰਿਆਸਤ ਚੰਗਾ ਕਹਿਲਾਵੇਗੀ, ਉਹ ਬੁਰਾ ਪਾਲਿਸੀ ਇਖਤਿਆਰ ਕਰਨਗੇ ਤੇ ਰਿਆਸਤ ਬੁਰੀ ਬਣੇਗੀ। ਸੋ ਸਾਡੀਆਂ ਹੁਕੂਮਤਾਂ ਨੇ ਬਲੂਚਿਸਤਾਨ ਦੇ ਜਿਹੜੇ ਮਾਮਲਾਤ ਨੇ ਉਹਨਾਂ ਤੋਂ ਸਿਰਫ ਨਜ਼ਰ ਕੀਤਾ, ਫਰਾਮੋਸ਼ ਕੀਤਾ ਉਹਨਾਂ ਨੂੰ, ਉੱਥੇ ਤਸ਼ੱਦਦ ਨੂੰ ਵਧਣ ਦਿੱਤਾ। ਬਲੂਚਿਸਤਾਨ ਦੇ ਜਿਹੜੇ ਵਸਾਇਲ ਹੈਗੇ ਸਨ ਉਹਦੀ ਮੈਂ ਸਮਝਦਾ ਵਾਂ ਕਿ ਗੈਰ ਮੁਨਸਿਫਾਨਾ ਤੌਰ 'ਤੇ ਉਹਦੀ ਤਕਸੀਮ ਹੋਈ, ਕਿਸੇ ਹੱਦ ਤੱਕ ਲੁੱਟਮਾਰ ਵੀ ਕਹਿ ਲਓ, ਅਤੇ ਕਿਸੇ ਨੇ ਨਹੀਂ ਉਹਦੇ 'ਤੇ ਧਿਆਨ ਦਿੱਤਾ। ਬਲੂਚਿਸਤਾਨ ਦੇ ਚੰਦ ਲੱਖ ਲੋਕ ਨੇ ਸਿਰਫ, ਅਤੇ ਉਹਨਾਂ ਲੋਕਾਂ ਨੂੰ ਮੁਤਮਈਨ ਕਰਨਾ ਜਾਂ ਉਹਨਾਂ ਦਾ ਮਿਆਰ ਜ਼ਿੰਦਗੀ ਬਿਹਤਰ ਕਰਨਾ ਕੋਈ ਏਡੀ ਗੱਲ ਨਹੀਂ ਸੀ ਹੈਗੀ। ਉਹਦੇ ਵਾਸਤੇ ਪਲੈਨਿੰਗ ਕੀਤੀ ਜਾ ਸਕਦੀ ਸੀ। ਬਲੂਚਿਸਤਾਨ ਬਹੁਤ ਵੱਡਾ ਅਗਰ ਇਲਾਕਾ ਹੈ, ਉੱਥੇ ਸਾਰੇ ਇਲਾਕੇ ਦੇ ਵਿੱਚ ਬਿਜਲੀ ਦੀ ਟਰਾਂਸਮਿਸ਼ਨ ਔਰ ਗੈਸ ਦੀ ਲਾਈਨ ਵਿਛਾਉਣੀ ਔਖੀ ਸੀ। ਕੁਝ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਇਕੱਠਾ ਕੀਤਾ ਜਾ ਸਕਦਾ ਸੀ, ਉਹਨਾਂ ਵਾਸਤੇ ਕੋਈ ਸਹੂਲੀਅਤ ਫਰਾਹਮ ਕੀਤੀਆਂ ਜਾ ਸਕਦੀ ਸੀ ਹੋਰ ਤਰ੍ਹਾਂ ਦੀਆਂ, ਲੇਕਿਨ ਨਹੀਂ ਕਿਸੇ ਨੇ ਕੀਤਾ। ਔਰ ਫਿਰ ਇੱਕ ਇਹ ਵੀ ਬਿਆਨੀਆਂ ਪਾਕਿਸਤਾਨ ਦੇ ਵਿੱਚ ਜ਼ੇਰੇ ਗਰਦਸ਼ ਰਿਹਾ ਕਿ ਇਹ ਸਰਦਾਰਾਂ ਦੀ ਵਜ੍ਹਾ ਨਾਲ ਹੈਗਾ ਵੇ ਸਾਰਾ ਕੁਝ। ਕੋਈ ਲੋਕਾਂ ਦਾ ਖਿਆਲ ਹੈ ਕਿ ਇਹ ਸਰਦਾਰਾਂ ਦੇ ਉੱਤੇ ਵੀ ਗੱਲ ਐਵੇਂ ਪਾਈ ਜਾਂਦੀ। ਇਹ ਬੁਨਿਆਦੀ ਤੌਰ 'ਤੇ ਹੁਕੂਮਤਾਂ ਦੀ ਹੀ ਜ਼ਿੰਮੇਵਾਰੀ ਸੀ, ਕਿਉਂਕਿ ਸਰਦਾਰ ਵੀ ਇਸੇ ਸਿਸਟਮ ਦੇ ਵਿੱਚ ਜੀਂਦੇ ਨੇ, ਔਰ ਜਦੋਂ ਕਿਸੇ ਹੁਕੂਮਤ ਨੂੰ ਆਪਣਾ ਮੁਫਾਦ ਹੁੰਦਾ ਹੈ ਤਾਂ ਇਹਨਾਂ ਸਰਦਾਰਾਂ ਨੂੰ ਹੀ ਉਹ ਆਪਣੇ ਕਾਬੂ ਕਰ ਲੈਂਦੀ। ਅਤੇ ਸੋ ਜਦੋਂ ਪਾਕਿਸਤਾਨ ਦੇ ਔਰ ਬਲੂਚਿਸਤਾਨ ਦੇ ਲੋਕਾਂ ਦੀ ਗੱਲ ਸੀ ਅਤੇ ਫਿਰ ਉੱਥੇ ਵੀ ਇਹਨਾਂ ਹੁਕੂਮਤਾਂ ਨੂੰ ਕੁਝ ਕਰਨਾ ਚਾਹੀਦਾ ਸੀ, ਲੇਕਿਨ ਨਹੀਂ ਕੀਤਾ ਗਿਆ। ਹੁਕੂਮਤਾਂ ਇੰਝ ਕਰਦੀਆਂ ਨੇ, ਉੱਤੇ ਇੱਕ ਦੋ ਬੰਦੇ ਫੜਦੇ ਨੇ, ਉਹਨਾਂ ਨੂੰ ਆਪਣੇ ਨਾਲ ਬਣਾਉਂਦੀਆਂ ਨੇ, ਉਹਨਾਂ ਦੇ ਉੱਤੇ ਨਵਾਜ਼ਸ਼ਾਤ ਦੀ ਬਾਰਿਸ਼ ਕਰਦੀਆਂ ਨੇ, ਅਤੇ ਫਿਰ ਬਲੂਚਿਸਤਾਨ ਦੇ ਬਾਕੀ ਦੇ ਹਿੱਸੇ ਔਰ ਬਾਕੀ ਦੇ ਜਿਹੜੇ ਮਾਮਲਾਤ ਨੇ ਉਹਨੂੰ ਦਬਾ ਕੇ ਰੱਖਦੀਆਂ। ਹੁਣ ਅਗਰ ਇੱਕ ਪਾਸੇ ਅਸੀਂ ਵੇਖੀਏ ਤਾਂ ਬਲੂਚਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਹੋ ਰਹੀਆਂ, ਉੱਥੇ ਅਲੱਗੀ ਪਸੰਦ ਤਨਜ਼ੀਮਾਂ ਨੇ ਜਿਹੜੀਆਂ ਉਹ ਬਹੁਤ ਐਕਟਿਵ ਹੋਈਆਂ ਨੇ। ਉਹਨਾਂ ਨੂੰ ਪਾਕਿਸਤਾਨ ਦੇ ਇਰਦ ਗਿਰਦ ਐਸੇ ਮੁਲਕ ਹੈਗੇ ਨੇ ਜਿਹੜੇ ਮਦਦ ਦੇ ਰਹੇ ਨੇ, ਉਹਨਾਂ ਨੂੰ ਮਗਰਬੀ ਦੁਨੀਆ ਤੋਂ ਵੀ ਮਦਦ ਮਿਲ ਰਹੀ, ਅਤੇ ਉਹ ਮਗਰਬੀ ਮੁਲਕ ਔਰ ਪਾਕਿਸਤਾਨ ਦੁਸ਼ਮਣ ਅਨਾਸਰ ਜਿਹੜੇ ਨੇ ਉਹਨਾਂ ਨੂੰ ਸਿਆਸੀ ਸਤ੍ਹਾ ਦੇ ਉੱਤੇ ਵੀ ਮੁਨਜ਼ਮ ਕਰਨ ਰਹੇ ਨੇ, ਔਰ ਦਹਿਸ਼ਤਗਰਦੀ ਔਰ ਅਸਕਰੀਅਤ ਪਸੰਦੀ ਦੀ ਸਤ੍ਹਾ ਦੇ ਉੱਤੇ ਵੀ ਮਦਦ ਦੇ ਰਹੇ ਨੇ। ਉਹਨਾਂ ਨੂੰ ਕਮਿਊਨੀਕੇਸ਼ਨ ਦਾ ਜਦੀਦ ਸਿਸਟਮ ਦਿੱਤਾ ਜਾ ਰਿਹਾ, ਜਿਹੜਾ ਇੰਟਰਨੈਟ ਦੇ ਪਾਕਿਸਤਾਨ ਦੇ ਸਿਸਟਮ ਤੋਂ ਅਲੱਗ ਹੈ। ਉਹਨਾਂ ਨੂੰ ਜਿਹੜਾ ਬਾਹਰ ਮੌਕਾ ਦਿੱਤਾ ਜਾ ਰਿਹਾ ਗੱਲ ਕਰਨ ਦਾ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ, ਉਹ ਪਾਕਿਸਤਾਨ ਦੇ ਖਿਲਾਫ ਔਰ ਪਾਕਿਸਤਾਨ ਦੀ ਰਿਆਸਤ ਦੇ ਖਿਲਾਫ ਗੱਲ ਕਰ ਰਹੇ। ਸੋ ਇਹ ਗੱਲ ਕਿ ਉਹਨਾਂ ਦੇ ਖਿਲਾਫ ਕਾਰਵਾਈਆਂ ਮੁਸ਼ਕਿਲ ਹੋ ਗਈਆਂ ਨੇ। ਅਤੇ ਇਸ ਸੂਰਤ ਹਾਲ ਦੇ ਵਿੱਚ ਜਦੋਂ ਬਲੂਚਿਸਤਾਨ ਦੇ ਵਿੱਚ ਐਂਟੀ ਪਾਕਿਸਤਾਨ ਅਨਾਸਰ ਜਿਹੜੇ ਨੇ ਉਹ ਮਜ਼ਬੂਤ ਹੋ ਰਹੇ ਨੇ, ਉਦੋਂ ਇੱਕ ਐਸੇ ਬੰਦੇ ਦਾ ਪਾਕਿਸਤਾਨ ਦੀ ਪਾਰਲੀਮੈਂਟ 'ਚੋਂ ਨਿਕਲ ਜਾਣਾ ਔਰ ਸਿਆਸਤ ਛੱਡਣ ਦਾ ਐਲਾਨ ਕਰਨਾ, ਜਿਹਨੇ ਵਫਾਕ ਦੀ ਗੱਲ ਕੀਤੀ ਹੋਵੇ ਔਰ ਜਿਹਨੇ ਕਨਸਟੀਟਿਊਸ਼ਨ ਦੀ ਗੱਲ ਕੀਤੀ ਹੋਵੇ, ਇਹ ਬੜਾ ਵੱਡਾ ਨੁਕਸਾਨ ਹੈ। ਔਰ ਇਸ ਨੁਕਸਾਨ ਨੂੰ ਰੀਡ ਕਰ ਰਹੀਆਂ ਨੇ ਜਿਹੜੀਆਂ ਪੋਲੀਟੀਕਲ ਫੋਰਸਿਸ ਨੇ ਕੁਝ, ਲੇਕਿਨ ਉਹਨਾਂ ਪੋਲੀਟੀਕਲ ਫੋਰਸਿਸ ਦੇ ਵਿੱਚ ਉਹ ਲੋਕ ਯਕੀਨਨ ਨਹੀਂ ਹੈਗੇ ਜਿਹੜੇ ਹਕੂਮਤ ਕਰ ਰਹੇ ਨੇ। ਯਾਨੀ ਇਹ ਜਿਹੜੀ ਮੁਸਲਿਮ ਲੀਗ ਨੂਨ ਹੈ, ਉਹਦੀ ਲੀਡਰਸ਼ਿਪ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਹੈਗਾ। ਬਾਕੀ ਉਹਨਾਂ ਦੇ ਆਪਣੀ ਸਫਾਂ ਦੇ ਵਿੱਚ ਵੀ ਲੋਕ ਨੇ ਜਿਹੜੇ ਇਹਦੇ ਉੱਤੇ ਤਾਸੁਫ ਦਾ ਇਜ਼ਹਾਰ ਕਰਨ ਰਹੇ ਨੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਮਨਾਇਆ ਜਾਣਾ ਚਾਹੀਦਾ। ਸੋ ਇਹ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਅਗਰ ਤਾਂ ਨਿਜ਼ਾਮ ਨੂੰ ਇੰਝ ਹੀ ਚਲਾਉਣਾ ਔਰ ਇੱਕ ਕੰਟਰੋਲ ਡੈਮੋਕ੍ਰੇਸੀ ਰੱਖੀ ਜਾਣੀ, ਅਤੇ ਮੇਰਾ ਖਿਆਲ ਹੈ ਕਿ ਸਿਆਸਤਦਾਨ ਉਹਦੇ ਵਿੱਚ ਕੁਝ ਨਹੀਂ ਕਰ ਸਕਣਗੇ। ਜੇ ਸਿਆਸਤਦਾਨਾਂ ਨੂੰ ਕੰਮ ਕਰਨ ਦਾ ਮੌਕਾ ਨਾ ਦਿੱਤਾ ਗਿਆ, ਕਮ ਅਜ਼ ਕਮ ਉਹ ਲੁੱਟਮਾਰ ਕਰਨ, ਜੋ ਮਰਜ਼ੀ ਕਰਨ, ਲੇਕਿਨ ਇੱਕ ਗੱਲ ਹੈਗੀ, ਰੁੱਸਿਆ ਹੋਇਆ ਨੂੰ ਮਨਾ ਲੈਂਦੇ ਨੇ ਉਹ, ਔਰ ਕਿਸੇ ਮਾਮਲੇ ਦਾ ਗੱਲਬਾਤ ਦੇ ਨਾਲ ਹੱਲ ਵੀ ਕੱਢ ਲੈਂਦੇ ਨੇ। ਅਤੇ ਸਰਦਸਤ ਸਾਨੂੰ ਇਸ ਚੀਜ਼ ਦੀ ਲੋੜ ਹੈ। ਤਨਾਜ਼ਾਤ ਜਿਹੜੇ ਸਾਡੇ ਮੁਲਕ ਦੇ ਅੰਦਰ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਸਿਆਸਤਦਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ, ਅਤੇ ਉਮੀਦ ਕਰਨੇ ਕਿ ਮੁਲਕ ਦੇ ਵਿੱਚ ਬਿਹਤਰੀ ਆਏਗੀ। ਸਾਡੇ ਇਦਾਰੇ, ਸਾਡੀ ਸਿਆਸੀ ਜਮਾਤਾਂ, ਸਾਡੀ ਕਿਆਦਤ ਜਿਹੜੀ ਹੈ ਉਹ ਸੋਚੇਗੀ ਕਿ ਐਸੇ ਲੋਕ ਕਿਉਂ ਸਿਆਸਤ ਤੋਂ ਕਿਨਾਰਾ ਕਸ਼ ਹੋਣ ਦੀ ਗੱਲ ਕਰਨ ਰਹੇ ਨੇ, ਜਿਹੜੇ ਪਾਕਿਸਤਾਨ ਦੇ ਵਫਾਕ 'ਤੇ ਯਕੀਨ ਰੱਖਦੇ ਨੇ, ਪਾਕਿਸਤਾਨ ਦੇ ਵਿੱਚ ਜਿਹੜੇ ਚਾਹੁੰਦੇ ਨੇ ਕਿ ਅਮਨ ਹੋਵੇ। ਅਤੇ ਉਮੀਦ ਹੈ ਤੁਸੀਂ ਖੈਰ ਆਫੀਅਤ ਦੇ ਨਾਲ ਹੋਵੋਗੇ। ਜੀਂਦੇ ਰਹੋ, ਵਸਦੇ ਰਹੋ।